ਕੀਰਤਨ ਆਪ ਜੀ ਨੇ ਹੁਣੇ ਸ਼ਰਵਣ ਕੀਤੇ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਾਹਿਬਾਂ ਦਾ ਜੀਵਨ ਇਤਿਹਾਸ ਆਪਾਂ ਅੱਜ ਵਿਚਾਰਨਾ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਆਪ ਜੀ ਨੇ ਵੀ ਕਿਰਪਾ ਕਰਨੀ। ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖਣੀ ਤੇ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ ਚਿੱਤ ਨੂੰ ਕਰੋ ਇਕਾਗਰ। ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਦੇ ਵਾਸਤੇ ਇੱਕ ਸ਼ਬਦ ਵਰਤਿਆ ਗਿਆ ਤੇ ਸ਼ਾਇਦ ਦੁਨੀਆ ਦੇ ਅੰਦਰ ਉਹ ਪਹਿਲੇ ਹਨ ਜਿਨ੍ਹਾਂ ਲਈ ਇਹ ਸ਼ਬਦ ਵਰਤਿਆ ਗਿਆ ਹੈ। ਦੁਨੀਆ ਦੇ ਅੰਦਰ ਪੀਰ, ਪੈਗੰਬਰ, ਔਲੀਏ ਬੜਿਆਂ ਨੂੰ ਕਹਿ ਦਿੱਤਾ ਗਿਆ। ਬੜਿਆਂ ਨੂੰ ਆਖਿਆ ਗਿਆ ਕਿ ਇਹ ਸੂਰਬੀਰ ਹਨ, ਇਹ ਯੋਧੇ ਹਨ। ਪਰ ਇੱਕ ਗੱਲ ਜਾਣ ਲਓ, ਇਸ ਦੁਨੀਆ ਦੇ ਅੰਦਰ ਮਰਦ ਸਿਰਫ ਇੱਕ ਹੈ। ਇੱਕ ਇਨਸਾਨ ਜਿਹਦੇ ਵਾਸਤੇ ਸ਼ਬਦ ਮਰਦ ਵਰਤਿਆ ਗਿਆ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਨ। ਤੇ ਦੁਨੀਆ ਦੇ ਇਤਿਹਾਸ ਦੇ ਅੰਦਰ ਕਿਸੇ ਹੋਰ ਦੇ ਵਾਸਤੇ ਮਰਦ ਸ਼ਬਦ ਕਦੇ ਵੀ ਵਰਤਿਆ ਨਹੀਂ ਗਿਆ, ਕਦੇ ਇਸਤੇਮਾਲ ਨਹੀਂ ਕੀਤਾ ਗਿਆ। ਇਹ ਬਚਨ ਆਪਾਂ ਪੜ੍ਹਦੇ ਹਾਂ, ਸਭ ਨੂੰ ਯਾਦ ਵੀ ਨੇ ਕਿ ਵਾਹ ਪ੍ਰਗਟਿਓ ਮਰਦ ਅਗੰਮੜਾ। ਮਰਦ ਵੀ ਹੈ, ਅਗੰਮੜਾ ਵੀ ਹੈ। ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਇਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜਾ ਗੁਰੂ ਵੀ ਆਪ ਹੈ ਤੇ ਜਿਹੜਾ ਚੇਲਾ ਵੀ ਆਪ ਹੈ। ਆਪੇ ਗੁਰ ਚੇਲਾ, ਬੜੀ ਵੱਡੀ ਗੱਲ ਹੈ। ਇੱਕ ਤੇ ਸਤਿਗੁਰਾਂ ਦੇ ਵਾਸਤੇ ਸ਼ਬਦ ਮਰਦ ਵਰਤਿਆ ਗਿਆ, ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਮੇਰੇ ਪਾਤਸ਼ਾਹ ਜੀ ਦੇ ਲਈ ਸੂਰਮਾ ਸ਼ਬਦ ਵੀ ਵਰਤਿਆ ਗਿਆ। ਬੜੇ ਇਹੋ ਜਿਹੇ ਲਫ਼ਜ਼ ਹਨ ਜਿਹੜੇ ਅਸੀਂ ਅਣਗੌਲੇ ਕਰ ਜਾਂਦੇ ਹਾਂ, ਜਾਂ ਜਿਨ੍ਹਾਂ ਲਫ਼ਜ਼ਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬਾਂ ਨੂੰ ਭਗਵਾਨ ਦਾ ਰੂਪ ਵੀ ਕਿਹਾ ਗਿਆ, ਪਰਮਾਤਮਾ ਦਾ ਰੂਪ ਵੀ ਕਿਹਾ ਗਿਆ। ਇਹ ਇੱਕ ਵੱਖਰੀ ਗੱਲ ਹੈ ਕਿ ਸਤਿਗੁਰਾਂ ਨੇ ਕਦੇ ਆਪਣੇ ਆਪ ਨੂੰ ਪਰਮਾਤਮਾ ਦਾ ਰੂਪ ਨਹੀਂ ਕਿਹਾ। ਭਾਵੇਂ ਉਹਨਾਂ ਦੇ ਬੋਲ ਹਨ ਕਿ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਤੇ ਪਰਮਾਤਮਾ ਨੇ ਬੋਲ ਕਹੇ ਸਨ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਕਿ ਮੈਂ ਆਪਣਾ ਤੈਨੂੰ ਪੁੱਤਰ ਬਣਾ ਰਿਹਾ, ਪਰਮਾਤਮਾ ਨੇ ਕਿਹਾ। ਪਰ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਆਪਣੇ ਆਪ ਨੂੰ ਨਹੀਂ ਕਿਹਾ ਕਿ ਮੈਂ ਉਸ ਪਰਮਾਤਮਾ ਦਾ ਪੁੱਤਰ ਹਾਂ। ਉਹਨੇ ਕਦੇ ਨਹੀਂ ਕਿਹਾ। ਉਹ ਤੇ ਇੱਥੋਂ ਤੱਕ ਬੋਲ ਕਹਿ ਰਹੇ ਨੇ ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ। ਆਪਣੇ ਆਪ ਨੂੰ ਦਾਸ ਕਹਿ ਰਹੇ ਨੇ। ਦੇਖਣ ਆਇਓ ਜਗਤ ਤਮਾਸ਼ਾ, ਮੈਂ ਤੇ ਇਸ ਜਗਤ ਦੇ ਤਮਾਸ਼ੇ ਨੂੰ ਵੇਖਣ ਆਇਆ ਤੇ ਮੈਂ ਕੋਈ ਉਹਦਾ ਰੂਪ ਨਹੀਂ ਆ। ਕਹਿੰਦੇ ਮੈਂ ਤੇ ਉਸ ਪਰਮ ਪੁਰਖ ਵਾਹਿਗੁਰੂ ਪਰਮਾਤਮਾ ਦਾ ਦਾਸ ਹਾਂ। ਆ ਵੀ ਬਚਨ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ। ਸਗਲ ਦਵਾਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹ ਗਹੇ ਕੀ ਲਾਜ ਅਸ ਗੋਬਿੰਦ, ਕਿ ਮੈਂ ਗੋਬਿੰਦ ਸਿੰਘ ਤੇਰਾ ਦਾਸ ਹਾਂ, ਇਹ ਪਰਮਾਤਮਾ ਤੇਰਾ ਸੇਵਕ ਹਾਂ। ਦਾਸ ਤੁਹਾਰ ਇਹ ਸ਼ਬਦ ਹੈ, ਇਹ ਨਿਮਰਤਾ ਦੇ ਬੋਲ ਹਨ। ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਆਖਿਆ, ਨਾਨਕ ਨੀਚ ਕਹੈ ਵਿਚਾਰ। ਆਪਣੇ ਆਪ ਨੂੰ ਨੀਚ ਕਹਿ ਰਹੇ ਨੇ, ਇਹ ਨਿਮਰਤਾ ਹੈ। ਉਸ ਪਰਮਾਤਮਾ ਦੇ ਅੱਗੇ ਢਹਿ ਢੇਰੀ ਹੋਣ ਦੀ ਗੱਲ ਹੈ। ਪਰ ਸਾਡੇ ਇਤਿਹਾਸਕਾਰਾਂ ਨੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਈ ਮਰਦ ਸ਼ਬਦ ਵਰਤਿਆ, ਅਗੰਮੜਾ ਸ਼ਬਦ ਵਰਤਿਆ, ਤੇ ਉਹਨਾਂ ਸਤਿਗੁਰਾਂ ਦੇ ਵਾਸਤੇ ਪਰਮਾਤਮਾ ਦਾ ਰੂਪ ਸ਼ਬਦ ਵੀ ਵਰਤਿਆ ਹੈ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਗਟਿਓ
ਜਿਹੜਾ ਪ੍ਰਗਟਿਓ ਸ਼ਬਦ ਹੈ ਨਾ, ਬੜੇ ਮਾਇਨੇ ਰੱਖਦਾ। ਇਸ ਪ੍ਰਗਟਿਓ ਸ਼ਬਦ ਦੇ ਅਰਥ ਬੜੇ ਵੱਡੇ ਹਨ। ਪ੍ਰਗਟਿਓ ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਵਾਸਤੇ ਵਰਤਿਆ ਗਿਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪ੍ਰਗਟਿਆ ਸ਼ਬਦ ਗੁਰੂ ਨਾਨਕ ਸਾਹਿਬ ਨੇ। ਪ੍ਰਗਟਿਆ ਜਿਹੜਾ ਸ਼ਬਦ ਹੈ ਨਾ, ਪ੍ਰਗਟ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਵੀ ਵਰਤਿਆ ਗਿਆ ਹੈ। ਪ੍ਰਗਟ ਗੁਰਾਂ ਕੀ ਦੇਹ। ਪ੍ਰਗਟ ਦਾ ਅਰਥ ਵੈਸੇ ਹੁੰਦਾ ਜਿਹਨੇ ਕਦੇ ਖਤਮ ਨਹੀਂ ਹੋਣਾ, ਜਿਹਦਾ ਕਦੇ ਨਾਸ਼ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਵੀ ਪ੍ਰਗਟ ਸ਼ਬਦ ਵਰਤਿਆ ਗਿਆ, ਖਾਲਸੇ ਦੇ ਵਾਸਤੇ ਵੀ ਪ੍ਰਗਟ ਸ਼ਬਦ ਵਰਤਿਆ ਗਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਪ੍ਰਗਟਿਓ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਵੀ ਵਰਤਿਆ ਗਿਆ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਗਟਿਓ ਸ਼ਬਦ 4 ਵਾਰੀ ਆਇਆ ਹੈ। ਤੇ ਪ੍ਰਗਟਿਓ ਦੇ ਮਾਇਨੇ ਬੜੇ ਸਿੱਧੇ ਨੇ ਕਿ ਜਿਹਦਾ ਕਦੇ ਨਾਸ਼ ਨਹੀਂ ਹੋਣਾ, ਜਿਹੜਾ ਕਦੇ ਖਤਮ ਨਹੀਂ ਹੋਣਾ, ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ। ਇੱਥੇ ਇੱਕ ਸ਼ਬਦ ਮਰਦ ਹੈ, ਇੱਕ ਸ਼ਬਦ ਭਗਵੰਤ ਰੂਪ ਹੈ, ਇੱਕ ਸ਼ਬਦ ਹੋਰ ਹੈ ਗੁਰੂ ਸਾਹਿਬ ਦੇ ਵਾਸਤੇ। ਉਹ ਸ਼ਬਦ ਹੈ ਗੁਰ ਗੋਬਿੰਦ ਸੂਰਾ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ। ਸੂਰੇ ਦੇ ਅਰਥ ਨੇ ਸੂਰਮਾ। ਸੂਰਮਾ ਕਿਸੇ ਨੂੰ ਕਹਿਣਾ ਬੜਾ ਸੌਖਾ ਹੈ। ਇਹ ਨਹੀਂ ਕਿ ਲੱਕ ਦੇ ਨਾਲ ਤਲਵਾਰ ਬੰਨ੍ਹ ਲਈ, ਤੀਰ ਕਮਾਨ ਲੈ ਲਏ, ਢਾਲ ਪਿੱਠ ਦੇ ਨਾਲ ਬੰਨ੍ਹ ਲਈ, ਸੰਜੋ ਪਾ ਲਿਆ, ਵਸਤਰ ਜਿਹੜੇ ਨੇ ਉਹ ਸੂਰਮਿਆਂ ਵਾਲੇ ਪਹਿਨ ਲਏ ਤੇ ਕੋਈ ਆਖੇ ਵੀ ਇਹ ਸੂਰਮਾ ਬਣ ਗਿਆ। ਇਹ ਪੋਸੀਬਲ ਨਹੀਂ ਹੈ, ਕਿਉਂਕਿ ਬਾਣੀ ਨੇ ਆਖਿਆ ਕਿ ਸਭ ਕੁਝ ਪਹਿਨਣ ਦੇ ਬਾਅਦ ਜਿਹੜਾ ਇਨਸਾਨ ਮੈਦਾਨੇ ਜੰਗ ਨੂੰ ਵੇਖ ਕੇ ਡਰ ਜਾਏ, ਉਹ ਸੂਰਮਾ ਅਖਵਾਉਣ ਦਾ ਹੱਕ ਨਹੀਂ ਹੈ, ਉਹ ਹੱਕਦਾਰ ਨਹੀਂ ਹੈ। ਕਿ ਸੂਰ ਕੇ ਸਨਮੁਖ ਰਣ ਤੇ ਡਰ ਪੈ। ਉਹ ਸੂਰਮਾ ਕਾਹਦਾ ਜਿਹੜਾ ਸਾਹਮਣੇ ਮੈਦਾਨੇ ਜੰਗ ਨੂੰ ਵੇਖ ਕੇ ਡਰ ਜਾਏ, ਉਹ ਸੂਰਮਾ ਅਖਵਾਉਣ ਦਾ ਹੱਕਦਾਰ ਨਹੀਂ ਹੈ। ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ। ਉਹ ਸਤੀ ਕਾਹਦੀ ਜਿਹੜੀ ਸਤੀ ਹੋਣ ਤੋਂ ਪਹਿਲਾਂ ਘਰ ਦੇ ਭਾਂਡੇ ਕੌਲੀਆਂ ਸਾਂਭਦੀ ਫਿਰੇ, ਉਹ ਸਤੀ ਥੋੜੀ ਹੋ ਸਕਦੀ। ਸੂਰਮੇ ਦਾ ਅਰਥ ਇਹ ਨਹੀਂ ਹੈ। ਸੂਰਮੇ ਦਾ ਅਰਥ ਹੈ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ, ਆ ਸੂਰਮਾ ਹੈ। ਅਬ ਜੂਜਨ ਕੋ ਦਾਓ। ਸੂਰਮਾ ਕੌਣ ਹੈ? ਸੂਰਾ ਸੋ ਪਹਿਚਾਨੀਐ ਜੋ ਲੜੈ, ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ। ਆ ਸੂਰਮੇ ਦੀ ਡੈਫੀਨੇਸ਼ਨ ਹੈ। ਉਹ ਨਹੀਂ ਕਿ ਜਿਹਨੇ ਤਨ ਦੇ ਉੱਤੇ ਵਸਤਰ ਤੇ ਪਾ ਲਏ ਤੇ ਮੈਦਾਨੇ ਜੰਗ ਨੂੰ ਵੇਖ ਕੇ ਡਰ ਜਾਏ, ਪਿੱਛੇ ਦੌੜ ਜਾਏ, ਉਹ ਸੂਰਮਾ ਨਹੀਂ ਹੈ। ਇਹ ਕੁਝ ਸ਼ਬਦ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੇ ਗਏ। ਇੱਕ ਦੁਬਾਰਾ ਮੈਂ ਰਿਪੀਟ ਕਰਾਂ, ਮਰਦ ਹੈ, ਮਰਦ ਅਗੰਮੜਾ ਕਿਹਾ ਗਿਆ, ਪੁਰਖ ਭਗਵੰਤ ਰੂਪ। ਹਾਂ, ਇਹਦੇ ਵਿੱਚ ਜੇ ਪੁਰਖ ਵੱਖਰਾ ਕਰੋਗੇ ਨਾ, ਪੁਰਖ ਮਰਦ ਦੇ ਵਾਸਤੇ ਆ ਸ਼ਬਦ ਪੁਰਖ। ਭਗਵੰਤ ਰੂਪ ਨੂੰ ਵੱਖਰਾ ਲੈ ਜਾਓ, ਪੁਰਖ ਨੂੰ ਵੱਖਰਾ ਲਾਓ, ਤੇ ਮਰਦ ਤੇ ਪੁਰਖ ਇਹਦੇ ਮਾਇਨੇ ਵਿਦਵਾਨ ਇੱਕੋ ਹੀ ਕੱਢਦੇ ਨੇ ਵੀ ਉਹ ਮਰਦ, ਉਹ ਪੁਰਖ ਇਕੱਲਾ ਹੀ ਹੈ। ਮਰਦ ਉਹਦੇ ਵਰਗਾ ਦੁਨੀਆ ਤੇ ਦੂਜਾ ਨਹੀਂ ਹੈ ਕੋਈ, ਤੇ ਉਹਦੇ ਵਰਗਾ ਮਰਦ ਦੁਨੀਆ ਤੇ ਹੋ ਵੀ ਕਿਵੇਂ ਸਕਦਾ? ਉਹਦੇ ਵਰਗਾ ਸੂਰਮਾ ਦੁਨੀਆ ਤੇ ਹੋ ਕਿਵੇਂ ਸਕਦਾ? ਮਤਲਬ ਹੀ ਨਹੀਂ ਹੈ। ਜਿਹੜਾ 4 ਪੁੱਤਰ ਵਾਰ ਕੇ ਇਹ ਗੱਲ ਕਹਿ ਰਿਹਾ ਹੋਵੇ ਕਿ 4 ਮੂਏ ਤੋਂ ਕਿਆ ਹੁਆ ਜੀਵਤ ਕਈ, ਉਹਦੇ ਵਰਗਾ ਸੂਰਮਾ ਕਿਹੜਾ ਹੋ ਸਕਦਾ? ਉਹਦੇ ਵਰਗਾ ਦੂਜਾ ਕਿਹੜਾ ਇਸ ਧਰਤੀ ਤੇ? ਪੁਰਖ ਭਗਵੰਤ ਰੂਪ ਕਿਹੜਾ ਹੋ ਸਕਦਾ ਹੈ? ਉਸ ਮੇਰੇ ਸਾਹਿਬ ਸੱਚੇ ਪਾਤਸ਼ਾਹ ਦਾ ਜਨਮ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਅੱਜ ਦਾ ਦਿਨ ਪਟਨਾ ਸਾਹਿਬ ਦੀ ਉਹ ਪਾਵਨ ਧਰਤੀ, ਉਹ ਪਾਵਨ ਅਸਥਾਨ, ਜਿਸ ਧਰਤੀ ਦੇ ਉੱਪਰ ਮੇਰੇ ਪਾਤਸ਼ਾਹ ਜੀ ਨੇ ਜਨਮ ਲਿਆ, ਅਵਤਾਰ ਧਾਰਿਆ, ਤਹੀਂ ਪ੍ਰਕਾਸ਼ ਹਮਾਰਾ ਭਇਓ। ਆਪ ਲਿਖ ਰਹੇ ਨੇ ਪਟਨਾ ਸਾਹਿਬ ਦੀ ਉਹ ਪਾਵਨ ਧਰਤੀ, ਤੇ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ, ਪਟਨੇ ਤੋਂ ਆਨੰਦ, ਆਨੰਦ ਤੋਂ ਪਾਵਟਾ, ਪਾਵਟਾ ਪਾਉਂਟਾ ਸਾਹਿਬ ਜਿਹਨੂੰ ਅਸੀਂ ਕਹਿੰਦੇ ਪਾਵਟਾ, ਪਟਨੇ ਤੋਂ ਆਨੰਦ, ਆਨੰਦ ਤੋਂ ਪਾਵਟਾ, ਤੇ ਪਾਵਟੇ ਤੋਂ ਨੰਦੇੜ।
ਇੱਥੇ ਜੀਵਨ ਘੁੰਮਦਾ ਹੈ ਸਤਿਗੁਰਾਂ ਦਾ। 42 ਸਾਲ ਇੱਥੇ ਗੁਜ਼ਰਦੇ ਨੇ ਇਸ ਏਰੀਏ ਦੇ ਵਿੱਚ, ਇੰਨੇ ਕੁ ਸਮੇਂ ਦੇ ਵਿੱਚ, ਇਲਾਕੇ ਵਿੱਚ। ਪਰ ਇਸ ਸਮੇਂ ਦੇ ਅੰਦਰ ਉਸ ਮਰਦ ਅਗੰਮੜੇ ਨੇ ਜੋ ਰਹਿਮਤਾਂ, ਜੋ ਬਖਸ਼ਿਸ਼ਾਂ ਕੀਤੀਆਂ, ਉਹ ਨਾ ਤੇ ਕਿਸੇ ਨੇ ਪਹਿਲਾਂ ਕੀਤੀਆਂ ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਕਰ ਸਕਦਾ ਹੈ। ਇਸ ਦੇਸ਼ ਦੇ ਅੰਦਰ ਉਹ ਲੋਕ ਜਿਹੜੇ ਅੱਤ ਦੇ ਲਤਾੜੇ ਹੋਏ ਲੋਕ ਸਨ, ਨਿਮਾਣੇ ਲੋਕ ਸਨ, ਜਿਨ੍ਹਾਂ ਨੂੰ ਕਿਸੇ ਨੇ ਲੁੱਟਣ ਦੇ ਵਾਸਤੇ ਆਉਣਾ ਤੇ ਨਜ਼ਰਾਨੇ ਲੈ ਕੇ ਅੱਗੇ ਖੜੇ ਹੋ ਜਾਂਦੇ ਸਨ। ਇਸ ਦੇਸ਼ ਦੇ ਰਾਜਿਆਂ ਦੀ ਵੀ ਇਹ ਹਾਲਤ ਸੀ। ਮੈਦਾਨੇ ਜੰਗ ਦੇ ਅੰਦਰ ਲੜਨ ਦੀ ਬਜਾਏ ਆਪਣੇ ਦੂਤ, ਆਪਣੇ ਮੰਤਰੀਆਂ ਨੂੰ ਭੇਜਣਾ ਵੀ ਜਾਓ, ਧਨ ਦੌਲਤ ਤੇ ਲੁੱਟਣ ਆਏ ਨੇ, ਇਹਨਾਂ ਨੂੰ ਪਹਿਲਾਂ ਹੀ ਨਜ਼ਰਾਨੇ ਦੇ ਕੇ ਵਾਪਸ ਮੋੜ ਦਿਓ। ਇਹ ਕਾਇਰਤਾ ਦੀ ਨਿਸ਼ਾਨੀ ਹੈ, ਇਹ ਸੂਰਮਤਾਈ ਦੀ ਨਿਸ਼ਾਨੀ ਨਹੀਂ ਮੰਨੀ ਜਾਂਦੀ ਕਦੇ ਵੀ। ਸੂਰ ਕੇ ਸਨਮੁਖ ਰਨ ਤੇ ਡਰਮੇ, ਉਹ ਸੂਰਮਾ ਕਾਂਦਾ ਪਿਆ। ਜਿਹੜਾ ਜੰਗ ਦੇ ਮੈਦਾਨ ਨੂੰ ਵੇਖ ਕੇ ਡਰ ਜਾਵੇ, ਉਹਨੂੰ ਸੂਰਮਾ ਆਖਿਆ ਵੀ ਨਹੀਂ ਜਾਂਦਾ ਤੇ ਉਹ ਸੂਰਮਾ ਅਖਵਾਉਣ ਦਾ ਹੱਕਦਾਰ ਵੀ ਨਹੀਂ ਜੇ ਹੁੰਦਾ। ਸੂਰਮਾ ਤੇ ਉਹ ਹੈ ਜਿਹੜਾ ਚੜ ਕੇ ਆਏ, ਜਿਹੜਾ ਜਿਸ ਨੀਅਤ ਦੇ ਨਾਲ ਆਏ ਉਹਨੂੰ ਉਸ ਨੀਅਤ ਦੇ ਨਾਲ ਜਵਾਬ ਵੀ ਅੱਗੋਂ ਮਿਲੇ, ਉਹ ਸੂਰਮਾ ਹੈ। ਪਟਨਾ ਸਾਹਿਬ ਦੀ ਪਾਵਨ ਧਰਤੀ, ਮਾਂ ਗੁਜਰੀ ਦੇ ਘਰ, ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਅੱਜ ਦੇ ਦਿਨ ਸਤਿਗੁਰਾਂ ਨੇ ਅਵਤਾਰ ਧਾਰਿਆ। ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਉਸ ਪਰਮਾਤਮਾ ਨੇ ਹੁਕਮ ਦਿੱਤਾ ਇਸ ਧਰਤੀ ਤੇ ਆਏ। ਜੀਵਨ ਦੇ ਕੁਝ ਸਾਲ ਉਸ ਸ਼ਹਿਰ ਦੇ ਅੰਦਰ ਬਤੀਤ ਕੀਤੇ। ਮੈਂ ਇੱਕ ਬੇਨਤੀ ਹੋਰ ਵੀ ਕਰਦਾ ਹੁੰਨਾ, ਸੱਚੇ ਪਾਤਸ਼ਾਹ ਜੀ ਨੇ ਜਨਮ ਲਿਆ ਤੇ ਗੰਗਾ ਦਾ ਕਿਨਾਰਾ ਹੈ ਪਟਨਾ ਸਾਹਿਬ। ਉਸ ਧਰਤੀ ਨੂੰ ਛੱਡ ਕੇ ਆਨੰਦਪੁਰ ਸਾਹਿਬ ਆਏ ਤੇ ਸਤਲੁਜ ਦਾ ਕਿਨਾਰਾ ਹੈ, ਸਤਲੁਜ ਦੇ ਕੰਢੇ ਤੇ ਆ ਸ਼ਹਿਰ। ਆਨੰਦਪੁਰ ਸਾਹਿਬ ਨੂੰ ਛੱਡ ਕੇ ਜੇ ਪਾਉਂਟਾ ਸਾਹਿਬ ਨਗਰ ਮੇਰੇ ਪਾਤਸ਼ਾਹ ਨੇ ਵਸਾਇਆ ਤੇ ਜਮਨਾ ਦਾ ਕਿਨਾਰਾ ਹੈ। ਤੇ ਜ਼ਿੰਦਗੀ ਦਾ ਸਰੀਰਕ ਤੌਰ ਤੇ ਅਖੀਰਲਾ ਸਮਾਂ ਮੇਰੇ ਪਾਤਸ਼ਾਹ ਨੇ ਗੁਜ਼ਾਰਿਆ ਤੇ ਗੋਦਾਵਰੀ ਦਾ ਕਿਨਾਰਾ ਹੈ। ਦੂਜੀ ਗੱਲ, ਪਟਨਾ ਸਾਹਿਬ ਤੋਂ ਵਾਪਸ ਆਏ ਤੇ ਦੁਬਾਰਾ ਉਸ ਸ਼ਹਿਰ ਦੇ ਅੰਦਰ ਕਦਮ ਨਹੀਂ ਰੱਖਿਆ। ਪਾਵਟਾ ਸਾਹਿਬ, ਜਿੱਥੇ ਪਾਉ ਟਿਕੇ ਪਾਵਟਾ, ਇਹ ਨਗਰ ਵਸਾਇਆ ਮੇਰੇ ਪਾਤਸ਼ਾਹ ਨੇ। ਇਸ ਨਗਰ ਨੂੰ ਛੱਡ ਕੇ ਆਏ ਤੇ ਦੁਬਾਰਾ ਉਸ ਨਗਰ ਵਿੱਚ ਕਦਮ ਨਹੀਂ ਰੱਖਿਆ ਸਤਿਗੁਰਾਂ ਨੇ। ਆਨੰਦਪੁਰ ਸਾਹਿਬ, ਉਸ ਆਨੰਦ ਦੀ ਪੁਰੀ ਨੂੰ ਮੇਰੇ ਪਾਤਸ਼ਾਹ ਨੇ ਛੱਡਿਆ ਤੇ ਦੁਬਾਰਾ ਮੁੜ ਕੇ ਉਸ ਪਾਸੇ ਗਏ ਨਹੀਂ। ਜੇ ਜ਼ਿੰਦਗੀ ਦਾ ਇੱਕ ਸਮਾਂ ਦਮਦਮਾ ਸਾਹਿਬ, ਤਲਵੰਡੀ ਸਾਬੋ ਗੁਜ਼ਾਰ ਸਕਦੇ ਨੇ ਤੇ ਕੀ ਮੇਰੇ ਸਾਹਿਬ ਸੱਚੇ ਪਾਤਸ਼ਾਹ ਦੁਬਾਰਾ ਮੁੜ ਕੇ ਆਨੰਦ ਦੀ ਪੁਰੀ ਵੱਲ ਨਹੀਂ ਸੀ ਆ ਸਕਦੇ? ਆ ਸਕਦੇ ਸੀ। ਪਰ ਜਿਹੜਾ ਸ਼ਹਿਰ ਇੱਕ ਵਾਰ ਨਗਰ ਛੱਡ ਦਿੱਤਾ, ਦੁਬਾਰਾ ਉਸ ਨਗਰ ਵੱਲ ਮੁੜ ਕੇ ਨਹੀਂ ਗਏ ਸਤਿਗੁਰੂ। ਮੇਰੇ ਸਾਹਿਬ ਸੱਚੇ ਪਾਤਸ਼ਾਹ, ਉਹ ਮਰਦ ਅਗੰਮੜਾ, ਉਹ ਪੁਰਖ ਭਗਵੰਤ ਰੂਪ, ਉਹ ਰਹਿਮਤਾਂ ਦਾ ਘਰ, ਰਹਿਮਤਾਂ ਦਾ ਮੁਜੱਸਮਾ, ਅੰਮ੍ਰਿਤਮਈ ਬਾਣੀ ਦਾ ਰਚੈਤਾ ਵੀ ਹੈ। ਇਹ ਗੱਲ ਯਾਦ ਰੱਖਿਓ, ਅੰਮ੍ਰਿਤਮਈ ਬਾਣੀ ਦਾ ਰਚੈਤਾ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਇਆ ਤੇ 3 ਬਾਣੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰੀਆਂ ਹੋਈਆਂ ਨੇ। 3 ਬਾਣੀਆਂ, 2 ਬਾਣੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਹਨ। ਜੇ ਉਸ ਹੱਥ ਦੇ ਅੰਦਰ ਕਲਮ ਆਈ, ਕਲਮ ਤੇ ਦਵਾਤ, ਉਸ ਮਰਦ ਅਗੰਮੜੇ ਦੇ, ਜੇ ਉਹਦੇ ਹੱਥ ਦੇ ਅੰਦਰ ਕਲਮ ਆਈ ਤੇ ਉਹਨੇ ਲਿਖਣ ਲੱਗਿਆ ਸੱਚਮੁੱਚ ਕਮਾਲ ਕਰ ਦਿੱਤੀ। ਉਹਦੇ ਵਰਗੀ ਲਿਖਤ ਤੁਹਾਨੂੰ ਦੁਨੀਆ ਦੇ ਅੰਦਰ ਕਿਤੇ ਵੀ ਨਹੀਂ ਮਿਲੇਗੀ, ਕਿਤੇ ਵੀ ਨਹੀਂ। ਇਹ ਵੱਖਰੀ ਗੱਲ ਹੈ ਕਿ ਮੇਰੇ ਵਰਗੇ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਸਮਝਣਾ ਨਹੀਂ ਆਉਂਦਾ ਤੇ ਮੈਂ ਕਹਾਂ ਵੀ ਇਹ ਹੈ ਹੀ ਨਹੀਂ, ਇੱਕ ਵੱਖਰੀ ਗੱਲ ਹੈ। ਜੇ ਉਸ ਹੱਥ ਦੇ ਅੰਦਰ ਕਲਮ ਆਈ, ਉਹ ਸਾਹਿਤ ਲਿਖਿਆ, ਉਸ ਕਲਮ ਨੇ ਕਮਾਲ ਕਰ ਦਿੱਤਾ। ਤੇ ਜੇ ਉਸ ਹੱਥ ਦੇ ਅੰਦਰ ਕਿਰਪਾਨ ਆਈ ਤੇ ਮੈਦਾਨੇ ਜੰਗ ਦੇ ਅੰਦਰ ਉਹ ਜ਼ੋਹਰ ਵਿਖਾਏ ਕਿ ਉਹ ਵੀ ਦੁਨੀਆ ਵਿੱਚ ਕਿਤੇ ਨਹੀਂ ਕਿਸੇ ਨੇ ਦਿਖਾਏ। ਮਰਦ ਐਵੇਂ ਨਹੀਂ ਕਿਹਾ ਗਿਆ ਉਹਨੂੰ,
जे 14 जंगां लड़ियां, पहली गल 14 जंगां दे अंदरों एक जंग दे अंदर भी मेरे पातशाह ने किसी ते हमला नहीं किया, किसी ते भी नहीं। ते जे कोई चढ़ के आया तो उहदा जवाब बड़ा बखूबी सतगुरां ने दिता है। ये नहीं कि किसी ते हमला करन लई अगे वधे, पर हमले का जवाब जरूर दिता। ते हर जंग दे अंदर जितन तो बाद भी मेरे साहिबां ने किसी दी 1 इंच जमीन दे उपर भी कब्जा नहीं सी कीता। वो मर्द क्यों है, समझण वाली गल है ना। जे 22 धार दे राजे सतगुरां तो हार रहे ने, 1 वार नहीं, 2 वार नहीं, बड़ी वार, ते मेरे पातशाह ने 1 वार भी किसी दी जमीन दे वल अख चक के नहीं वेख्या मेरे कोलों हार गए ते मैं इन्हां दे राज ते इन्हां दी रियासत ते कब्जा करके अपना राज वधा लवां, कदे नहीं। मर्द अगंबड़ा। वो समा भी आया जिस वेले मेरे साहब सच्चे पातशाह उस धरती तो पौंटा साहब तो चले, आनंदपुर की धरती ते आए। 9 साल की उम्र के अंदर पिता नूं शहादत दे वास्ते तोरना भी एक मर्द का ही काम है, कायर का काम नहीं हो सकता। क्यों मर्द क्या है। कश्मीरी पंडित आए, उन्हां दी बंसावली मैं सुनावा। कृपा राम लैके आया सी। कृपा राम पुत्र अड़ू राम का पोता, नारायण दास का पड़पोता, ब्रह्म दत्त का, जिहड़ा कश्मीरी पंडितां नूं लैके आया सी। सतगुरां दे गुरु नानक साहब तो सतगुरां दे सिख सन। कृपा राम जिहड़ा है ब्रह्म दत्त मटन दा कश्मीर दा रहन वाला, जिहदे नाल सतगुरां ने उत्थे विचार चर्चा कीती सी। मटन कश्मीरी बामण चल के आए। गुरु तेग बहादुर साहब सच्चे पातशाह ने आख्या कि तुहाडे धर्म नूं बचाउण दे वास्ते एक शहादत दी, कुर्बानी दी लोड़ है, बलिदान दी लोड़ है। ते 9 साल की उम्र के अंदर वो मर्द कह रहा है, सच्चे पातशाह पिता गुरु जी, गुरु तेग बहादुर साहब जी, जे किसी दे बलिदान की लोड़ है, महात्मा दे बलिदान की लोड़ है, तो तुहाडे तो वड्डा महात्मा दुनिया ते कौन हो सकता है। क्यों मर्द है वो। 9 साल की उम्र के अंदर बाप नूं शहीद होने वास्ते अपने हथीं तोड़ रहा है, वो मर्द अगंमड़ा। 9 साल की उम्र के अंदर कुछ महीनों के बाद ही जिस बाप नूं शहीद होने दे वास्ते तोड़िया, उसे बाप का कट्टिया होया सिर कला पहुंच रहा है आनंद दी पुरी दे अंदर। उहदे धड़ दा पता ही नहीं कित्थे है। उस कट्टे हुए सिर नूं अपनी झोली दे अंदर पवाउण तो बाद एक हंझू भी अख तो बाहर ना निकलना, ये मर्द की निशानी है। क्यों मर्द कहा गया। किसी दे बाप का कट्टिया होया सिर आवे, धड़ का पता ही नहीं कित्थे है। जालमां ने धड़ सिर तो अलग, सिर धड़ तो अलग कर दिता। कुछ दिनों के बाद वो सिर कला सीस आया, कुछ दिनों के बाद पहुंचया। उस सीस की हालत भी की होएगी, ह्यूमन बॉडी है, सब दी इक्को समान है। उन्होंने अपनी झोली दे अंदर पवा के भी जिहड़ा खुशी दे जकारे ला रहा है, तो एक अख दे विचों हंझू एक भी नहीं निकल रहा, ते तां ही ते उन्होंने मर्द कहा गया है ना। अपने पिता का संस्कार अपने हथी किया, उस सीस का संस्कार आनंदपुर साहब के अंदर। उस गुरुद्वारा साहब का नाम भी सीसगंज साहब जी। 2 सीसगंज, एक आनंदपुर साहब भी है। तो सीसगंज का अर्थ है जिथे सीस जित गया। सिर कट्टन वाले हार गए, तो जिहदा कट्टिया गया वो जित गया, वो सीसगंज है। वो मर्द क्यों है। एक तो बाद एक मैदाने जंग मर्द की निशानी एक छोटी जी होर दसा। जंग का मैदान ते सिख कुछ पहुंचे, शिकायत की कि सच्चे पातशाह तुहाडा एक सिख है जिन्हों तुसी जल छकाउण की सेवा दी हुई है, भाई कन्हैया, तुसी जल छकाउण की सेवा दी। असी दुश्मन नाल जंग करते हाँ, उन्होंने जख्मी करके सट्टते हाँ, ते कन्हैया मशक विच जल पाया, पानी पाया, दुश्मन नूं भी जल छका के ते फिर साडे नाल लड़न लई तैयार करता है।
ਮਰਦ ਦੀ ਨਿਸ਼ਾਨੀ ਦੱਸ ਰਿਹਾ, ਮਰਦ ਦੀ ਨਿਸ਼ਾਨੀ ਕੀ ਹੁੰਦੀ ਹੈ। ਸਤਿਗੁਰੂ ਤੇ ਜਾਣਦੇ ਨੇ, ਖੈਰ ਗੁਰੂ ਤੋਂ ਕੁਝ ਛੁਪਿਆ ਨਹੀਂ, ਪ੍ਰਭ ਮੇਰਾ ਅੰਤਰਜਾਮੀ ਜਾਣ ਨੂੰ ਸਭ ਪਤਾ ਹੈ। ਪਾਤਸ਼ਾਹ ਨੇ ਸੱਦ ਲਿਆ ਕਨ੍ਹਈਏ ਨੂੰ, ਕਹਿੰਦੇ ਕਨ੍ਹਈਆ ਤੇਰੀ ਸ਼ਿਕਾਇਤ ਆਈ, ਲਾਂਭੇ ਆਉਂਦੇ ਨੇ ਤੇਰੇ, ਉਲਾਂਭੇ ਆਉਂਦੇ ਨੇ। ਬੜਾ ਨਿਤਾਣਾ ਜਿਹਾ ਸੀ ਭਾਈ ਕਨ੍ਹਈਆ, ਦੋਨੋਂ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜਦੋਂ ਮੈਂ ਭਰਿਆ ਹੀ ਅਵਗੁਣਾਂ ਦਾ ਹੋਇਆ ਤੇ ਮੇਰੇ ਉਲਾਂਭੇ ਹੀ ਆਉਣੇ ਨੇ, ਮੇਰੀ ਸਿਫਤ ਕਿਵੇਂ ਆ ਸਕਦੀ ਹੈ। ਇਹ ਸਿੱਖੀ ਦੀ ਨਿਸ਼ਾਨੀ ਹੈ, ਅਸਲ ਵਿੱਚ ਇਹ ਸਿੱਖੀ ਦੀ ਨਿਸ਼ਾਨੀ ਹੈ। ਜਦੋਂ ਸਿੱਖ ਕਹਿੰਦਾ ਹੈ ਨਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਇਹ ਸਿੱਖੀ ਦੀ ਨਿਸ਼ਾਨੀ ਹੈ ਵੀ ਮੈਂ ਸਾਰੀ ਦੁਨੀਆ ਤੋਂ ਮਾੜਾ ਹਾਂ ਤੇ ਕੱਲਾ ਮੈਨੂੰ ਛੱਡ ਕੇ ਸਾਰੀ ਦੁਨੀਆ ਹੀ ਭਲੀ ਹੈ, ਸਾਰੀ ਦੁਨੀਆ ਹੀ ਚੰਗੀ ਹੈ। ਇਹ ਸਿੱਖੀ ਦੀ ਨਿਸ਼ਾਨੀ ਹੈ। ਅਸੀਂ ਕਹਿੰਦੇ ਹਾਂ ਵੀ ਦੁਨੀਆ ਵਿੱਚ ਮੈਂ ਹੀ ਚੰਗਾ ਤੇ ਸਾਰੀ ਦੁਨੀਆ ਹੀ ਮਾੜੀ ਹੈ, ਇਹ ਸਿੱਖੀ ਨਹੀਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਆ ਸਿੱਖੀ ਦੀ ਨਿਸ਼ਾਨੀ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ ਮੇਰੇ, ਆ ਸਿੱਖੀ ਦੀ ਨਿਸ਼ਾਨੀ ਹੈ। ਗੁਣ ਹੀ ਭਰਿਆ ਮੈਂ ਫਿਰਾਂ, ਮੈਂ ਤੂੰ ਨਹੀਂ ਕਿਹਾ ਉੱਥੇ, ਮੈਂ ਗੁਨਾਹਾਂ ਦੇ ਨਾਲ ਐਬਾਂ ਦੇ ਨਾਲ ਭਰਿਆ, ਆ ਸਿੱਖੀ ਦੀ ਨਿਸ਼ਾਨੀ ਹੈ। ਕਨ੍ਹਈਏ ਨੇ ਹੱਥ ਜੋੜ ਕੇ ਆਖਿਆ ਪਾਤਸ਼ਾਹ ਮੈਂ ਤੇ ਭਰਿਆ ਹੀ ਐਬਾਂ ਦਾ ਪਿਆ ਤੇ ਮੇਰੀ ਸਿਫਤ ਕਿੱਥੋਂ ਆਏਗੀ, ਮੇਰੇ ਤੇ ਉਲਾਂਭੇ ਹੀ ਆਉਣੇ ਨੇ ਤੁਹਾਡੇ ਅੱਗੇ। ਕਹਿੰਦੇ ਨਹੀਂ, ਆ ਸਿੱਖ ਆਏ ਨੇ ਤੇ ਸਿੱਖ ਕਹਿ ਰਹੇ ਨੇ ਕਿ ਤੂੰ ਦੁਸ਼ਮਣ ਨੂੰ ਵੀ ਪਾਣੀ ਪਿਆ ਰਿਹਾ ਹੈ। ਤੇ ਹੱਥ ਜੋੜ ਕੇ ਕਨ੍ਹਈਏ ਨੇ ਆਖਿਆ ਸੀ ਪਾਤਸ਼ਾਹ ਦੁਸ਼ਮਣ ਕੌਣ ਹੈ, ਦੁਸ਼ਮਣ ਕੌਣ ਹੈ। ਮੈਂ ਤਾਂ ਤੁਹਾਡੀ ਬਾਣੀ ਪੜ੍ਹਦਾ, ਤੁਸੀਂ ਕਿਹਾ ਏ ਨਾ ਕੋ ਬੈਰੀ ਨਹੀਂ, ਤੁਸੀਂ ਕਹਿ ਰਹੇ ਹੋ ਕੋਈ ਬੈਰੀ ਨਹੀਂ, ਕੋਈ ਬੇਗਾਨਾ ਨਹੀਂ, ਕਿਹੜਾ ਦੁਸ਼ਮਣ ਫਿਰ ਦੱਸੋ, ਵੈਰੀ ਕੌਣ ਤੇ ਬੇਗਾਨਾ ਕੌਣ। ਗੁਰੂ ਸਾਹਿਬ ਨੂੰ ਸਵਾਲ ਕਿੰਨੇ ਕਮਾਲ ਦਾ ਸਿੱਖ ਕਰ ਰਿਹਾ। ਜਦੋਂ ਤੁਹਾਡੀ ਬਾਣੀ ਕਹਿ ਰਹੀ ਏ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਕਿ ਸਭ ਨੂੰ ਆਪਣਾ ਮੀਤ, ਸਭ ਨੂੰ ਆਪਣਾ ਮਿੱਤਰ ਬਣਾਇਆ ਏ, ਫਿਰ ਉੱਥੇ ਦੁਸ਼ਮਣ ਕੌਣ ਹੈ ਪਾਤਸ਼ਾਹ। ਦੂਜੀ ਗੱਲ ਕਨ੍ਹਈਆ ਕਹਿ ਰਿਹਾ ਹੱਥ ਜੋੜ ਕੇ ਪਾਤਸ਼ਾਹ ਮੈਂ ਤੇ ਜਿਸ ਪਾਸੇ ਵੀ ਵੇਖਦਾ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਉਂਦਾ, ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ। ਤੇ ਮੈਨੂੰ ਗੁਰੂ ਗੋਬਿੰਦ ਸਿੰਘ ਫਿਰ ਮਿੱਤਰ ਉਹਨੂੰ ਸਮਝਾਂ ਕਿ ਦੁਸ਼ਮਣ ਸਮਝਾਂ, ਮੈਨੂੰ ਇਹ ਨਹੀਂ ਸਮਝ ਆ ਰਹੀ, ਉਹਨੂੰ ਸਮਝਾਂ ਕੀ ਮੈਂ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਮਰਦ ਹੈ ਕੀ। ਸੱਚੇ ਪਾਤਸ਼ਾਹ ਨੇ ਇਹ ਬੋਲ ਸੁਣੇ ਕਨ੍ਹਈਏ ਦੇ, ਆਖਿਆ ਕਨ੍ਹਈਆ ਜਿਹੜੀ ਜਲ ਦੀ ਸੇਵਾ ਕਰ ਰਿਹਾ ਏ ਇਹ ਤੇ ਜਾਰੀ ਰੱਖ ਇਸੇ ਤਰ੍ਹਾਂ। ਤੇ ਆਪਣੇ ਕੋਲੋਂ ਇੱਕ ਮੱਲਮ ਦੀ ਡੱਬੀ ਤੇ ਕੁਝ ਪੱਟੀਆਂ ਦੇ ਕੇ ਕਹਿੰਦੇ ਕਿ ਹੁਣ ਜਿਹੜਾ ਜ਼ਖਮੀ ਮਿਲੇਗਾ ਸਿਰਫ ਉਹਨੂੰ ਜਲ ਨਾ ਛਕਾਈ, ਜਿਹੜਾ ਜ਼ਖਮੀ ਮਿਲੇਗਾ ਮੱਲਮ ਲਾ ਕੇ ਉਹਦੇ ਜ਼ਖਮ ਤੇ ਪੱਟੀ ਵੀ ਕਰਕੇ ਆਈ। ਤੇ ਇਹ ਨਹੀਂ ਕਿਹਾ ਕਿ ਉਹ ਪੱਟੀ ਸਿਰਫ ਸਿੱਖਾਂ ਦੇ ਹੋਏ, ਉਹ ਮੱਲਮ ਸਿਰਫ ਸਿੱਖਾਂ ਦੇ ਲੱਗੇ। ਆਖਿਆ ਜਿਹੜਾ ਵੀ ਜ਼ਖਮੀ ਤੈਨੂੰ ਮਿਲ ਰਿਹਾ ਹੈ, ਚਾਹੇ ਉਹ ਦੁਸ਼ਮਣ ਬਣ ਕੇ ਸਾਹਮਣੇ ਆ ਕੇ ਖੜਾ ਹੋ ਗਿਆ ਜਾਂ ਮਿੱਤਰ ਬਣ ਕੇ ਆ ਕੇ ਸਾਹਮਣੇ ਖੜਾ ਹੋ ਗਿਆ, ਜਲ ਵੀ ਹਰ ਇੱਕ ਨੂੰ ਛਕਾਉਣਾ ਹੈ ਤੇ ਮੱਲਮ ਤੇ ਪੱਟੀ ਵੀ ਹਰ ਇੱਕ ਨੂੰ ਕਰਨੀ। ਆ ਮਰਦ ਦੀ ਨਿਸ਼ਾਨੀ ਹੈ। ਉਹ ਮਰਦ ਦੀ ਨਿਸ਼ਾਨੀ ਨਹੀਂ ਹੁੰਦੀ ਕਿ ਮੈਦਾਨੇ ਜੰਗ ਦੇ ਅੰਦਰ ਸੂਰਮਾ ਤੜਪਦਾ ਪਿਆ ਹੈ ਤੇ ਉਹਦੀ ਲੱਤ ਉਹਦੀ ਬਾਂਹ ਵੱਢ ਕੇ ਉਹਦਾ ਸਿਰ ਵੱਢ ਕੇ ਲੈ ਜਾਓ ਵੀ ਲਓ ਮੈਂ ਇਹਦਾ ਕਤਲ ਕੀਤਾ ਜੀ, ਮੈਂ ਇਹਨੂੰ ਮਾਰਿਆ। ਇਹ ਮਰਦ ਦੀ ਨਿਸ਼ਾਨੀ ਨਹੀਂ ਹੁੰਦੀ। ਉਹਨੂੰ ਜੇ ਮਰਦ ਅਗੰਮੜਾ ਕਿਹਾ ਗਿਆ ਨਾ, ਉਸ ਗੁਰੂ ਨੂੰ ਮਰਦ ਅਗੰਮੜਾ, 9 ਸਾਲ ਦੀ ਉਮਰ ਦੇ ਅੰਦਰ ਪਿਤਾ ਨੂੰ ਤੋਰਿਆ, ਉਸ ਪਿਤਾ ਦਾ ਕੱਟਿਆ ਹੋਇਆ ਸੀਸ ਆਪਣੀ ਝੋਲੀ ਦੇ ਅੰਦਰ ਪਵਾ ਕੇ ਵੀ ਉਸ ਅੱਖ ਦੇ ਅੰਦਰੋਂ ਹੰਝੂ ਨਾ ਆਉਣਾ ਮਰਦ ਦੀ ਨਿਸ਼ਾਨੀ ਹੈ। ਸਦਾ ਦੇ ਵਾਸਤੇ ਆਨੰਦਪੁਰੀ ਨੂੰ ਛੱਡ ਕੇ ਪਿੱਛੇ ਮੁੜ ਕੇ ਨਾ ਵੇਖਣਾ। ਸਰਸਾ ਨਦੀ ਦੇ ਕਿਨਾਰੇ ਦੇ ਉੱਪਰ ਮਰਦ ਦੀ ਨਿਸ਼ਾਨੀ ਗਿਣ ਰਹੇ ਆਪਾਂ। ਸਰਸਾ ਨਦੀ ਦੇ ਕਿਨਾਰੇ ਦੇ ਉੱਪਰ ਬੜਾ ਭਿਆਨਕ ਜੰਗ ਹੋ ਰਿਹਾ। ਵੇਖੋ ਮਰਦ ਦੀ ਨਿਸ਼ਾਨੀ ਇੱਕ ਹੋਰ ਵੀ ਦੱਸਾਂ। ਅੰਮ੍ਰਿਤ ਵੇਲਾ ਹੈ, ਠੰਡ ਬੜੀ ਹੈ, 7 ਪੋਹ ਦਾ ਦਿਨ ਚੜ ਚੁੱਕਿਆ ਸੀ। 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡਿਆ। 7 ਪੋਹ ਦਾ ਅੰਮ੍ਰਿਤ ਵੇਲਾ ਹੈ। ਸਰਸਾ ਨਦੀ ਦੇ ਕਿਨਾਰਾ ਆ ਗਿਆ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਭਾਈ ਇੱਥੇ ਰੁਕ ਜਾਓ। ਸਿੱਖ ਕਹਿੰਦੇ ਪਾਤਸ਼ਾਹ ਕੀ ਹੋ ਗਿਆ।
ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੈ, ਨਿਤਨੇਮ ਵੀ ਇੱਥੇ ਹੋਏਗਾ ਤੇ ਆਸਾ ਦੀ ਵਾਰ ਦਾ ਕੀਰਤਨ ਵੀ ਇੱਥੇ ਹੋਏਗਾ। ਕੋਈ ਮੇਰੇ ਵਰਗੇ ਵੀ ਸਨ ਵਿੱਚ, ਖੈਰ ਇੱਕ ਦੋ। ਕਹਿੰਦੇ ਬਾਦਸ਼ਾਹ ਦੁਸ਼ਮਣ ਚੜ ਕੇ ਆ ਗਿਆ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਪਿੱਛੋਂ ਦੁਸ਼ਮਣ ਹਮਲਾ ਕਰਦਾ ਆ ਰਿਹਾ ਏ, ਹਜ਼ਾਰਾਂ ਦੀ ਗਿਣਤੀ ਦੇ ਅੰਦਰ, ਤੇ ਤੁਸੀਂ ਕਹਿ ਰਹੇ ਹੋ ਕਿ ਨਿਤਨੇਮ ਇੱਥੇ ਹੋਏਗਾ, ਤੁਸੀਂ ਕਹਿ ਰਹੇ ਹੋ ਕਿ ਆਸਾ ਦੀ ਵਾਰ ਦਾ ਕੀਰਤਨ ਇੱਥੇ ਹੋਏਗਾ। ਬਾਦਸ਼ਾਹ ਸਮਝ ਨਹੀਂ ਆ ਰਹੀ। ਇਹ ਮਰਦ ਦੀ ਨਿਸ਼ਾਨੀ ਹੈ ਜਿਹੜਾ ਮੈਦਾਨੇ ਜੰਗ ਦੇ ਅੰਦਰ ਵੀ ਬਾਣੀ ਪੜ੍ਹ ਰਿਹਾ ਹੈ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਹੈ। ਮਰਦ ਦੀ ਨਿਸ਼ਾਨੀ ਹੈ। ਕਾਇਰ ਦੌੜੇਗਾ, ਪਿੱਛੇ ਮੁੜ ਕੇ ਨਹੀਂ ਵੇਖੇਗਾ। ਮਰਦ ਪੈਰ ਗੱਡ ਕੇ ਉੱਥੇ ਖੜਾ ਹੋ ਗਿਆ, ਕੋਈ ਗੱਲ ਨਹੀਂ, ਦੁਸ਼ਮਣ ਆਉਂਦਾ ਹੈ ਤੇ ਫਿਰ ਕਿਤੇ ਕਿੱਡੀ ਕੋਈ ਗੱਲ ਹੈ। ਅਜੀਤ ਸਿਆਂ ਸਭ ਤੋਂ ਪਹਿਲਾਂ ਪੁੱਤਰ ਨੂੰ ਆਵਾਜ਼ ਮਾਰੀ ਸੀ, ਵੱਡੇ ਪੁੱਤਰ ਨੂੰ, ਅਜੀਤ ਸਿੰਘ ਜਾਓ ਜਾ ਕੇ ਦੁਸ਼ਮਣ ਦਾ ਮੁਕਾਬਲਾ ਕਰੋ, ਦੁਸ਼ਮਣ ਨੂੰ ਅੱਗੇ ਨਹੀਂ ਆਉਣ ਦੇਣਾ ਜਿੰਨੀ ਦੇਰ ਆਸਾ ਦੀ ਵਾਰ ਦਾ ਭੋਗ ਨਹੀਂ ਪੈਂਦਾ। ਬਾਬਾ ਅਜੀਤ ਸਿੰਘ ਲੜੇ ਉਸ ਜਗ੍ਹਾ ਤੇ। ਭਾਈ ਉਦੈ ਸਿੰਘ, ਭਾਈ ਬਣੀ ਸਿੰਘ ਦੇ ਵੱਡੇ ਪੁੱਤਰ, ਉਹ ਪਹੁੰਚੇ ਮੈਦਾਨੇ ਜੰਗ ਦੇ ਅੰਦਰ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਉੱਥੋਂ ਕੱਢਿਆ ਉਹਨਾਂ ਨੇ। ਆਪ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਗ੍ਹਾ ਲਈ ਉਸ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ ਬਾਬਾ ਭਾਈ ਉਦੈ ਸਿੰਘ ਜੀ, ਬਚਿੱਤਰ ਸਿੰਘ ਦੇ ਵੱਡੇ ਭਰਾ ਸਨ। ਇਸ ਜਗ੍ਹਾ ਤੋਂ ਪਰਿਵਾਰ ਦਾ ਵਿਛੋੜਾ ਹੋ ਗਿਆ। ਸਰਸਾ ਨਦੀ ਤੋਂ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਦੇ ਨਾਲ, ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਦੇ ਨਾਲ। ਤੇ ਮਰਦ ਦੀ ਨਿਸ਼ਾਨੀ ਹੈ ਜਿਹਨੇ ਪਿੱਛੇ ਮੁੜ ਕੇ ਨਹੀਂ, ਇਹ ਨਹੀਂ ਗੱਲ ਆਖੀ ਕਿ ਚਲੋ ਪਹਿਲਾਂ ਪਿੱਛੇ ਜਾ ਕੇ ਪਰਿਵਾਰ ਨੂੰ ਇਕੱਠਾ ਕਰ ਲਵਾਂ, ਮੈਂ ਆਪਣਾ ਪਰਿਵਾਰ ਲੱਭ ਲਵਾਂ, ਮੇਰਾ ਪਰਿਵਾਰ ਕਿੱਥੇ ਹੈ। ਅਸੀਂ ਆਪਣੇ ਪਰਿਵਾਰ ਦੇ ਮਗਰ ਦੌੜਦੇ ਹਾਂ। ਮੈਂ ਤਾਂ ਪਰਸੋਂ ਬੇਨਤੀ ਇੱਕ ਕੀਤੀ ਸੀ ਕਿ ਸਿੱਖੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਹਾਂ ਆਪਾਂ, ਉਸ ਘਰ ਦੇ ਕੂਕਰ ਹਾਂ ਆਪਾਂ, ਤੇ ਗੁਰੂ ਦਾ ਹੁਕਮ ਮੰਨ ਕੇ ਰੱਖੀਏ। ਇੱਕ ਸਿੱਖ ਜੇ ਆਪਣੇ ਪਰਿਵਾਰ ਦੀ ਸੇਫਟੀ, ਪਰਿਵਾਰ ਦੀ ਸੁਰੱਖਿਆ ਕਰ ਲਏਗਾ ਨਾ, ਹਰ ਸਿੱਖ ਆਪਣੇ ਪਰਿਵਾਰ ਦੀ ਸੁਰੱਖਿਆ ਕਰੇਗਾ ਤੇ ਕੌਮ ਆਪਣੇ ਆਪ ਬਚੇਗੀ ਨਾ, ਕੌਮ ਤੇ ਆਪਣੇ ਆਪ ਬਚੇਗੀ ਫਿਰ। ਪਰ ਵੇਖੋ ਉਸ ਮਰਦ ਦੇ ਵੱਲ, ਉਹ ਆਪਣੇ ਪਰਿਵਾਰ ਵੱਲ ਨਹੀਂ ਦੇਖ ਰਿਹਾ। ਕਿਉਂ? ਕਿਉਂਕਿ ਉਹਦੇ ਵਾਸਤੇ ਪੂਰੀ ਸਿੱਖ ਕੌਮ ਹੀ ਉਹਦਾ ਪਰਿਵਾਰ ਹੈ। ਉਹ ਤੇ ਕੌਮ ਵੱਲ ਹੀ ਵੇਖ ਕੇ ਕਹਿ ਰਿਹਾ ਹੈ ਨਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਇਹਨਾਂ ਦੀ ਕਿਰਪਾ ਦੇ ਨਾਲ। ਨਹੀਂ ਮੋਸੋ ਗਰੀਬ ਕਰੋੜ ਪਰੇ, ਮੇਰੇ ਵਰਗੇ ਕਰੋੜਾਂ ਗਰੀਬ ਕਹਿੰਦੇ ਰੁਲਦੇ ਫਿਰਦੇ ਨੇ ਇੱਥੇ। ਉਹ ਤੇ ਕਹਿ ਰਿਹਾ ਹੈ ਪੰਥ ਵਸੇ ਮੈਂ ਉਜੜਾਂ, ਜੇ ਮੈਂ ਉਜੜ ਵੀ ਜਾਵਾਂ ਤੇ ਕੋਈ ਪਰਵਾਹ ਨਹੀਂ, ਪਰ ਮੇਰਾ ਪੰਥ ਵਸਦਾ ਰਵੇ। ਇਹ ਮਰਦ ਦੀ ਨਿਸ਼ਾਨੀ ਹੈ ਕਿ ਮੈਂ ਉਜੜ ਜਾਵਾਂ ਕੋਈ ਗੱਲ ਨਹੀਂ, ਮੇਰਾ ਪਰਿਵਾਰ ਖਤਮ ਹੋ ਜਾਏ, ਤਬਾਹ ਹੋ ਜਾਏ, ਸ਼ਹੀਦ ਹੋ ਜਾਣ, ਇਸ ਗੱਲ ਦੀ ਪਰਵਾਹ ਨਹੀਂ, ਪਰ ਮੇਰਾ ਪੰਥ ਜਿਹੜਾ ਹੈ, ਮੇਰਾ ਖਾਲਸਾ ਜਿਹੜਾ, ਉਹ ਵਸਦਾ ਰਵੇ। ਚਮਕੌਰ ਦੀ ਗੜੀ ਦੇ ਅੰਦਰ ਸਤਿਗੁਰੂ ਪਹੁੰਚੇ ਨੇ। ਇਹ ਨਹੀਂ ਆਖਿਆ ਕਿ ਪਿੱਛੇ ਵਾਪਸ ਚਲੀਏ, ਪਹਿਲਾਂ ਮੈਂ ਆਪਣੀ ਮਾਂ ਨੂੰ ਲੱਭਾਂ, ਮੈਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੱਭਾਂ, ਕਿ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਫੌਜ ਪਿੱਛੇ ਆ ਰਹੀ ਹੈ ਤੇ ਉਹਨਾਂ ਦਾ ਬਣੇਗਾ ਕੀ, ਉਹਨਾਂ ਨੂੰ ਸੇਫ ਕਰਾਂ ਮੈਂ। ਇਹ ਕਦੇ ਨਹੀਂ ਸਤਿਗੁਰਾਂ ਨੇ ਸੋਚਿਆ ਸੀ। ਮੈਂ ਸੰਖੇਪ ਵਿੱਚ ਬੇਨਤੀਆਂ ਕਰ ਰਿਹਾ ਕਿਉਂਕਿ ਸਮਾਂ ਦੌੜਦਾ ਜਾ ਰਿਹਾ। ਉਸ ਤੋਂ ਬਾਅਦ ਚਮਕੌਰ ਦੀ ਉਸ ਜੰਗ ਦੇ ਅੰਦਰ, ਗੜੀ ਕੱਚੀ ਗੜੀ ਚਮਕੌਰ ਦੇ ਅੰਦਰ, ਮੈਂ ਉਸ ਦਿਨ ਬੇਨਤੀ ਕੀਤੀ ਸੀ, ਕੁਛ ਲੇਟ ਗਏ ਖਾਕ ਪੇਜ਼ੀ ਪੋਸ਼ ਬਿਛਾ ਕਰ, ਪਹਿਰਾ लगे देने कई तलवार उठाकर, सतगुर भी शबबाश हुए खैमे में जाकर, देखा तो वहां बैठे हैं गर्दन को झुकाकर, है वाह गुरु मुंह से निकलता है तू ही तू है मुंह से निकलता, जब 1.5 घड़ी रात गई जिक्र खुदा में, खैमे से निकल आए सरकार हवा में, कदमों से टहलते हैं पर दिल है दुआ में। सुनियो मर्द दी निशानी, कदमों से टहलते हैं पर दिल है दुआ में, कहते हैं खुदावंद खुश हूं तेरी रजा में। कहते खुदावंद परमात्मा वाहिगुरु तेरी रजा दे अंदर मैं राजी हाँ, मैं खुश हाँ। ते उन्होंने मर्द ना कवांगे ते की कवांगे। आनंदपुरी छड्ड के आ गया।
परिवार दा विछोड़ा पवा के आ गया। दिन चढ़दियां वड्डे पुत्र भी उन्हें शहीद करवाने ने अपने, ते फिर भी कह रहा है, कहता है खुदावंद खुश हूं तेरी रजा में, तेरी रजा दे अंदर राजी हां परमात्मा, खुश हां जो तू करा रहा है भला हो रहा है। करतार से कहते हैं खोया रूबरू होकर, कल जाऊंगा चमकौर से मैं सुरखरू होकर। वो मर्द कहता कल चमकौर दे विचों सुरखरू होके जावांगा। दुनिया दा कोई बंदा कोई इंसान हथ खड़ा करके नहीं कह सकेगा कि गुरु गोबिंद सिंह ने अपने बच्चे ते बचा ले, पर अपने सिख शहीद करवा के चला गया। दुनिया दा कोई इंसान कहते ये गल नहीं कर सकेगा। कल जाऊंगा चमकौर से मैं सुरखरू, बिल्कुल सुरखरू होके कहते जावांगा। चमकौर दी उस जंग दे अंदर वड्डा पुत्र शहीद हो गया, बाबा अजीत सिंह। वड्डा पुत्र शहीद होया ते ओ मर्द अपने पुत्र दी शहादत ते जकारे खुशी दे ला रहा है। उन्होंने मर्द नहीं कवांगे ते दसो होर की कवांगे? जेड़ा बाप अपने पुत्र दी मौत ते जकारे ला रहा है, खुश है, वो सचमुच ही मर्द ते सूरमा हो सकता है। वड्डा पुत्र शहीद होया, 300 जख्म कहते ने, 300 फट, जिहदे शरीर ते 300 फट लगे उन्होंने शरीर के पल्ले की रह गया होगा? तो छाननी कर दिता होना। बाप दे सामने पुत्र दा शरीर छाननी दे विच वेख्या किन्ने छेक हुंदे जिहदे विच आटा छानदे। पुत्र दे शरीर नूं उहदे वर्गा कर दिता जाए ते बाप जकारे लाउंदा रहे, उहनूं मर्द नहीं कहोगे ते की कहोगे? छोटा आके सामने खड़ा हो गया, अपने हत्थीं तैयार करके वह बाप दूजे पुत्र नूं तोड़ रहा है। अजीत सिंह ने तो खैर बोल बड़े कमाल दे कहे सन। बाबा अजीत सिंह ने आख्या सी मैं नाम का अजीत हूं जीता ना जाऊंगा। तुसी मेरा नाम अजीत रखिया है, ते अजीत दा अर्थ है जिहड़ा जित्या नहीं जा सकता, जिहड़ा अजित है। मैं नाम का अजीत हूं जीता ना जाऊंगा, जीता गया तो लौट कर जीता ना आऊंगा। सच्चे बादशाह जे गुरु पिता जी जे वैरी ने मैनू जित लिया ना, ते मैं लौट के जीता ना आऊंगा, मैं जिउंदा वापस पिठ विखा के वापस मुड़ के नहीं आवांगा। जे दुश्मन ने मैनू जित लिया ते पातशाह मैं शहादत मैदाने जंग दे अंदर दवांगा। छोटा आके सामने खड़ा हो गया, गुरु पिता जी मेरा भरा शहीद होया मैदाने जंग दे अंदर, मेरा वड्डा भरा तुहाडे लखते जिगर दा टुकड़ा शहीद होया ते तुसी खुशी दे जकारे ला रहे जे। छोटा पुत्र कह रहा है ते सच्चे बादशाह मैं भी चाहना एक बार ये खुशी तुहाडे मूँह ते आवे, चेहरे ते आवे, ते वो मेरे करके आवे, ते मैं भी इस मैदाने जंग दे अंदर जाके शहीद होना चाहना। एक पुत्र शहीद करवाउण तो बाद अगले पल वो बाप अपने दूजे पुत्र नूं मैदाने जंग विच जाण लई तैयार कर रहा है, ते उहनूं मर्द नहीं कहोगे ते की कहोगे? भी हाँ पता मुड़ के इन्हें भी नहीं आउणा। पता है मुड़ के जे बाबा अजीत सिंह मुड़ के नहीं आए ते मुड़ के छोटे ने भी नहीं आउणा। ते अपने हत्थीं तैयार करके कलगी ला के तलवार तैयार बर तैयार करके 5 सिंह दे के मैदाने जंग विच तोरिया। दूजा पुत्र भी अखां दे सामने शहीद होया ते वो बाप दूजे पुत्र की शहादत ते भी जकारे ला रहा है। वह प्रगटियो मर्द अगमड़ा। 2 पुत्र शहीद होए। अद्धी रात नूं उस चमकौर दी गड़ी नूं छड्ड के जा रहा है। 5 प्यारियां ने 5 ने हुक्म दिता, उस हुक्म दे अंदर बज्जा गड़ी चमकौर नूं छड्ड के जा रहा है। गुरु गोबिंद सिंह भाई दया सिंह दे बोल सन, सच्चे पातशाह साहिबजादियां दियां लाशां मैदाने जंग दे अंदर पईयां ने, टोटे टोटे होए पए ने, ते मैं चाहना मैं इन्हां ते कफन पा दें, इन्हां दे तन ढक दें। उस बाप ने उस गुरु दे बोल सन, दया सिंह एक गल याद रख, जेड़े बाकी 40 शहीद होए ने ये भी मेरे पुत्र ने। ये नहीं कि जे अजीत सिंह ते जुझार सिंह शहीद होए ते वो मेरे पुत्र ने,
ਜਿਹੜੇ ਬਾਕੀ ਸ਼ਹੀਦ ਹੋਏ ਉਹ ਵੀ ਮੇਰੇ ਪੁੱਤਰ ਨੇ। ਜੇ ਤੂੰ ਸਾਰਿਆਂ ਦੀਆਂ ਲਾਸ਼ਾਂ ਤੇ ਕਫਨ ਪਾ ਸਕਦਾ ਹੈ ਤੇ ਪ੍ਰਵਾਨ ਹੈ, ਤੇ ਜੇ ਤੂੰ ਕਹੇ ਕਿ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਕਫਨ ਪਾ ਕੇ ਮੈਂ ਬਾਕੀ ਲਾਸ਼ਾਂ ਛੱਡ ਜਾਵਾਂ, ਗੁਰੂ ਸਾਹਿਬ ਨੇ ਆਖਿਆ ਇਹ ਪ੍ਰਵਾਨ ਨਹੀਂ ਹੈ। ਜਿੱਥੇ ਬਾਕੀ ਲੋਥਾਂ ਬਾਕੀ ਲਾਸ਼ਾਂ ਪਈਆਂ ਹੋਣਗੀਆਂ, ਉੱਥੇ ਹੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਵੀ ਮੈਦਾਨੇ ਜੰਗ ਦੇ ਵਿੱਚ ਬਿਨਾਂ ਕਫਨ ਤੋਂ ਹੀ ਰਹਿਣਗੀਆਂ। ਇੱਕ ਬਾਪ, ਆਪਾਂ ਵੀ ਬਾਪ ਹਾਂ, ਆਪਣੇ ਤੇ ਲਿਆ ਕੇ ਸੋਚੀਏ ਕਿ ਇਹ ਗੱਲ ਕਵਾਂਗੇ ਅਸੀਂ, ਤੇ ਫਿਰ ਇਸੇ ਕਰਕੇ ਹੀ ਤਾਂ ਉਹਨੂੰ ਮਰਦ ਕਿਹਾ ਗਿਆ ਹੈ ਨਾ। ਚਮਕੌਰ ਦੀ ਗੜੀ ਨੂੰ ਛੱਡ ਕੇ ਗਿਆ, ਸੱਚਮੁੱਚ ਉਹ ਮਰਦ ਕਮਾਲ ਦਾ ਹੈ। ਮਾਛੀਵਾੜੇ ਦੇ ਜੰਗਲ ਦੇ ਅੰਦਰ ਸ਼ਬਦ ਉਚਾਰ ਰਿਹਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਸਭ ਕੁਝ ਖਤਮ ਹੋ ਗਿਆ, ਸਭ ਕੁਝ। ਤੇ ਕੰਡਿਆਂ ਦੀ ਸੇਜ ਦੇ ਉੱਪਰ ਸੁੱਤਾ ਟਿੰਡ ਦਾ ਸਰਾਣਾ ਲੈ ਕੇ ਪਿਆ ਉਹ ਗੁਰੂ ਗੋਬਿੰਦ ਸਿੰਘ ਅੱਜ ਗਾਇਕੀ ਦੀ ਇੱਕ ਨਵੀਂ ਕਿਸਮ ਨੂੰ ਜਨਮ ਦੇ ਰਿਹਾ ਹੈ। ਖਿਆਲ ਪਾਤਸ਼ਾਹੀ ਦਸਵੀਂ, ਖਿਆਲ ਗਾਇਕੀ ਦੀ ਇੱਕ ਕਿਸਮ ਹੈ ਤੇ ਖਿਆਲ ਦੇ ਜਨਮਦਾਤੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਤੇ ਖਿਆਲ ਦਾ ਪਹਿਲਾ ਸ਼ਬਦ ਜਾਂ ਦੂਜੇ ਪਾਸੇ ਆਵਾਂ, ਖਿਆਲ ਦਾ ਪਹਿਲਾ ਗੀਤ ਜਿਹੜਾ ਹੈ ਨਾ, ਉਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹੈ। ਸਭ ਕੁਝ ਖਤਮ ਹੈ ਤੇ ਉਹ ਫਿਰ ਗਾਇਕੀ ਦੀ ਇੱਕ ਨਵੀਂ, ਛੋਟਾ ਖਿਆਲ ਵੱਡਾ ਖਿਆਲ ਦੋ ਨੇ, ਸਭ ਕੁਝ ਖਤਮ ਹੈ ਤੇ ਉਹ ਗਾਇਕੀ ਦੀ ਇੱਕ ਨਵੀਂ ਕਿਸਮ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੀ ਸੇਜ ਤੇ ਪਿਆ ਗਾਇਕੀ ਨੂੰ ਜਨਮ ਦੇ ਰਿਹਾ ਹੈ, ਨਵੀਂ ਕਿਸਮ। ਉਹਦੇ ਵਰਗਾ ਮਰਦ ਕਿਹੜਾ ਹੈ। ਰਾਏਕੋਟ ਪਹੁੰਚੇ ਸਤਿਗੁਰੂ, ਉਸ ਜਗ੍ਹਾ ਤੇ ਜਾ ਕੇ ਖਬਰ ਮਿਲੀ ਕਿ ਤੁਹਾਡੇ ਛੋਟੇ ਪੁੱਤਰਾਂ ਨੂੰ ਸੂਬੇ ਸਰਹੰਦ ਨੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਹੈ। ਕਿਵੇਂ ਕਿਵੇਂ ਸ਼ਹੀਦ ਕੀਤਾ, ਵਿਸਥਾਰ ਨਾਲ ਦੱਸਿਆ ਕਿ ਇੱਕ ਇੱਕ ਚੀਜ਼ ਬਾਰੇ ਦੱਸਿਆ। ਕਿਵੇਂ ਮਾਂ ਗੁਜ਼ਰੀ ਦੀ ਸ਼ਹਾਦਤ ਹੋਈ, ਕਿਵੇਂ ਛੋਟੇ ਪੁੱਤਰਾਂ ਨੂੰ ਪਹਿਲਾਂ ਨੀਹਾਂ ਵਿੱਚ ਚਿਣਿਆ ਗਿਆ, ਫਿਰ ਕੋਹ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਕੋਹ ਕੇ ਮਾਰਿਆ ਗਿਆ ਸਾਹਿਬਜ਼ਾਦਿਆਂ ਨੂੰ। ਉਸ ਬਾਪ ਦੀਆਂ ਅੱਖਾਂ ਦੇ ਵਿੱਚੋਂ ਫਿਰ ਵੀ ਹੰਝੂ ਨਹੀਂ ਸੀ ਆਇਆ। ਮਾਂ ਦੀ ਸ਼ਹਾਦਤ ਦੀ ਖਬਰ ਮਿਲੀ ਹੈ, ਉਹ ਸਮਾਂ ਸੀ ਜਦੋਂ ਬਾਪ ਦੀ ਸ਼ਹਾਦਤ ਦੀ ਖਬਰ ਮਿਲੀ ਤੇ ਕਟਿਆ ਸੀਸ ਆਇਆ ਸੀ, ਉਹ ਵੀ ਸਮਾਂ ਸੀ। ਵੱਡੇ ਪੁੱਤਰਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਿਆ। ਛੋਟੇ ਪੁੱਤਰਾਂ ਦੀ ਸ਼ਹਾਦਤ ਦੀ, ਮਾਂ ਗੁਜਰੀ ਦੀ ਸ਼ਹਾਦਤ ਦੀ ਖਬਰ ਮਿਲ ਰਹੀ ਹੈ, ਪਰ ਉਸ ਬਾਪ ਦੇ ਮਨ ਦੇ ਅੰਦਰ ਸੋਗ ਨਹੀਂ ਸੀ ਆਇਆ। ਇਹ ਗੱਲ ਜ਼ਰੂਰ ਕਹੀ ਸੀ, ਘਾਹ ਦਾ ਬੂਟਾ ਪੱਟ ਕੇ ਕਿਹਾ ਸੀ ਕਿ ਮੁਗਲਾਂ ਦੀਆਂ ਜੜ੍ਹਾਂ ਇਸ ਧਰਤੀ ਤੋਂ ਪੁੱਟੀਆਂ ਗਈਆਂ ਨੇ, ਹੁਣ ਖਤਮ ਹੈ ਅੱਜ ਤੋਂ ਬਾਅਦ ਇਹ ਸਲਤਨਤ ਤੇ ਰਿਆਸਤ। ਧੰਨ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜੇ ਇਤਿਹਾਸਕਾਰਾਂ ਨੇ ਉਹਦੇ ਲਈ ਸ਼ਬਦ ਵਰਤੇ ਨੇ ਨਾ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਤੇ ਦੁਨੀਆ ਦੇ ਅੰਦਰ ਉਹ ਕੱਲਾ ਹੈ ਜਿਹਦੇ ਵਾਸਤੇ ਮਰਦ ਸ਼ਬਦ ਵਰਤਿਆ ਗਿਆ ਹੈ। ਕੱਲਾ ਹੈ, ਕਿਸੇ ਹੋਰ ਨੂੰ ਮਰਦ ਨਹੀਂ ਕਿਹਾ ਗਿਆ ਜੇ ਦੁਨੀਆ ਵਿੱਚ। ਸੂਰਮੇ ਬੜੇ ਨੇ ਦੁਨੀਆ ਦੇ ਅੰਦਰ, ਪਰ ਭਗਵੰਤ ਰੂਪ ਸੂਰਮਾ ਵੀ ਕੱਲੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਗਿਆ। ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਉਹ ਗੁਰੂ ਗੋਬਿੰਦ ਸਿੰਘ ਸੱਚਮੁੱਚ ਸੂਰਮਾ ਹੈ। ਮੈਦਾਨੇ ਜੰਗ ਦੇ ਅੰਦਰ ਜਦੋਂ ਜੰਗ ਹੁੰਦੀ ਹੈ ਨਾ, ਤੇ ਰਾਜੇ ਸਭ ਤੋਂ ਪਿੱਛੇ ਹੋ ਕੇ ਖੜੇ ਹੁੰਦੇ ਨੇ। ਫੌਜ ਦਾ ਇੱਕ ਘੇਰਾ ਹੁੰਦਾ ਉਹਨਾਂ ਦੇ, ਇੱਕ ਲੇਅਰ, ਦੂਸਰੀ ਲੇਅਰ, ਤੀਸਰੀ ਲੇਅਰ, ਤੇ ਆਪਣੇ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ ਮਹਿਲਾਂ ਦੇ ਅੰਦਰ ਛੱਡ ਕੇ ਆਉਂਦੇ ਨੇ। ਤੁਹਾਨੂੰ ਤੱਤੀ ਵਾਹ ਵੀ ਨਾ ਲੱਗ ਜਾਏ, ਕੋਈ ਤੁਹਾਡੇ ਵੱਲ ਵੇਖੇ ਵੀ ਨਾ। ਪਰ ਗੁਰੂ ਗੋਬਿੰਦ ਸਿੰਘ ਮੇਰੇ ਪਾਤਸ਼ਾਹ ਨੇ ਪੰਥ ਤੋਂ ਕੁਝ ਵੀ ਲੁਕੋ ਕੇ ਨਹੀਂ ਜੇ ਰੱਖਿਆ। ਜੋ ਕੁਝ ਉਹਦੇ ਕੋਲ ਸੀ ਉਹਨੇ ਸਭ ਕੁਝ ਪੰਥ ਦੇ ਅੱਗੇ ਅਰਪਣ ਕਰ ਦਿੱਤਾ, ਸਭ ਕੁਝ ਖੋਲ ਕੇ ਰੱਖ ਦਿੱਤਾ ਪੰਥ ਦੇ ਅੱਗੇ। ਤੇ ਜਿਹੜਾ ਬੋਲ ਕਹਿ ਰਿਹਾ ਹੈ ਕਿ ਮੈਂ ਉੱਜੜ ਜਾਵਾਂ ਤੇ ਕੋਈ ਗੱਲ ਨਹੀਂ, ਪਰ ਮੇਰਾ ਪੰਥ ਵਸਦਾ ਰਹੇ, ਮੇਰੀ ਕੌਮ ਵਸਦੀ ਰਹੇ। ਪੰਥ ਵਸੇ ਮੈਂ ਉੱਜੜਾ ਮਨ ਚਾਉ ਕਨੇਰਾ। ਉਹ ਗੁਰੂ ਗੋਬਿੰਦ ਸਿੰਘ ਮੇਰਾ ਪਾਤਸ਼ਾਹ। ਇੰਨੀਆਂ ਕੁ ਰਹਿਮਤਾਂ ਇਸ ਬਾਣੀ ਨੂੰ ਦੁਬਾਰਾ ਉਚਾਰਨ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਜ਼ਫਰਨਾਮੇ ਵਰਗੀ ਲਿਖਤ ਲਿਖਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ।
ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ, ਸਭ ਕੁਝ ਹੋਣ ਦੇ ਬਾਵਜੂਦ, ਕਿਉਂਕਿ ਜਦੋਂ ਗੁਰੂ ਕੇ ਮਹਿਲ ਆਏ ਸਨ ਨਾ, ਦਮਦਮਾ ਸਾਹਿਬ ਦੀ ਧਰਤੀ ਤੇ ਦਿੱਲੀ ਤੋਂ ਆਏ ਮਿਲਣ, ਤੇ ਪਤਾ ਤੇ ਉਹਨਾਂ ਨੂੰ ਵੀ ਸੀ ਸਭ ਕੁਝ ਵੀ ਸ਼ਹਾਦਤ ਹੋ ਚੁੱਕੀ ਏ, ਕੁਝ ਹੋ ਚੁੱਕਿਆ, ਪਰ ਮਾਂ ਤੇ ਮਾਂ ਹੀ ਹੁੰਦੀ ਹੈ ਨਾ। ਮਾਂ ਨੇ ਆਉਂਦਿਆਂ ਬੋਲ ਕਹੇ ਸਨ, ਮੇਰੇ ਪੁੱਤਰ ਕਿੱਥੇ ਨੇ। ਕਿੱਡਾ ਵੱਡਾ ਜ਼ਿਗਰਾ ਸੀ ਉਸ ਗੁਰੂ ਦਾ, ਉਸ ਬਾਪ ਦਾ। ਮਾਂ ਆ ਕੇ ਕਹਿ ਰਹੀ ਹੈ, ਮੇਰੇ ਪੁੱਤਰ, ਮੈਂ ਆਪਣੇ ਪੁੱਤਰਾਂ ਨੂੰ ਦੇਖਣਾ ਹੈ। ਤੇ ਉਹ ਬਾਪ ਸਾਡੇ ਵੱਲ ਹੱਥ ਕਰਕੇ, ਸਿੱਖਾਂ ਵੱਲ ਹੱਥ ਕਰਕੇ ਕਹਿੰਦਾ, ਭਲੀਏ ਆ ਵੀ ਤੇ ਤੇਰੇ ਪੁੱਤਰ ਨੇ, ਇਹ ਕੌਣ ਨੇ? ਕਿ ਤੂੰ ਇਹਨਾਂ ਨੂੰ ਆਪਣੇ ਪੁੱਤਰ ਨਹੀਂ ਸਮਝਦੀ? ਕਿ ਤੂੰ ਇਹਨਾਂ ਨੂੰ ਆਪਣੇ ਬੱਚੇ ਨਹੀਂ ਸਮਝਦੀ? ਅਸਲੀਅਤ ਹੈ ਦੁਨੀਆ ਦੇ ਅੰਦਰ ਇੱਕੋ ਇੱਕ ਇਨਸਾਨ ਨੂੰ ਮਰਦ ਕਿਹਾ ਗਿਆ ਹੈ, ਤੇ ਉਹ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਤੇ ਅੱਜ ਮਨ ਦੇ ਅੰਦਰ ਸੀ ਵੀ ਇਹਨੂੰ ਐਕਸਪਲੇਨ ਜ਼ਰੂਰ ਕੀਤਾ ਜਾਏ ਕਿ ਜੇ ਦੁਨੀਆ ਵਿੱਚ ਮਰਦ ਸਿਰਫ ਇੱਕ ਨੂੰ ਕਿਹਾ ਗਿਆ ਤੇ ਕਿਹਾ ਕਿਉਂ ਗਿਆ ਹੈ? ਉਹਦਾ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ ਹੀ ਨਾ। ਐਵੇਂ ਤੇ ਕਿਸੇ ਦੀ ਉਸਤਤ ਦੇ ਵਿੱਚ ਕੋਈ ਸ਼ਬਦ ਕਵੀ ਨਹੀਂ ਨਾ ਲਿਖਦਾ। ਜੇ ਉਹਦੇ ਅੰਦਰ ਉਸ ਉਸਤਤ ਦੇ ਲਾਇਕ ਗੁਣ ਹੋਣਗੇ, ਉਪਮਾ ਕਰਨ ਦੇ ਲਾਇਕ ਗੁਣ ਹੋਣਗੇ, ਤੇ ਤਾਂ ਹੀ ਉਹਦੇ ਲਈ ਉਹ ਲਫ਼ਜ਼ ਜਿਹੜਾ ਇਸਤੇਮਾਲ ਕੀਤਾ ਜਾਂਦਾ, ਵਰਤਿਆ ਜਾਂਦਾ ਹੈ। ਤੇ ਸਤਿਗੁਰਾਂ ਲਈ ਹੀ ਇਹ ਸ਼ਬਦ ਵਰਤਿਆ ਗਿਆ ਹੈ, ਮਰਦ। ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ, ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜਾ ਗੁਰੂ ਵੀ ਹੈ, ਜਿਹੜਾ ਚੇਲਾ ਵੀ ਹੈ, ਤੇ ਉਹ ਸੱਚਮੁੱਚ ਮਰਦ ਹੈ, ਮਰਦ। ਸੋ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਸਮਾਂ ਸਮਾਪਤ ਹੈ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਏ ਤੇ ਇੱਕ ਸ਼ਾਮ ਦਾ ਦੀਵਾਨ ਬਾਕੀ ਹੈ। ਸਤਿਗੁਰਾਂ ਦੇ ਕੁਝ ਇਤਿਹਾਸ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਝ ਬਾਣੀ ਦੀ ਵਿਚਾਰ ਵੀ ਆਪਾਂ ਕਰਾਂਗੇ। ਇਹ ਵੀ ਜ਼ਰੂਰੀ ਹੈ, ਜਿਹੜੀ ਬਾਣੀ ਉਹਨਾਂ ਨੇ ਉਚਾਰੀ ਹੈ, ਉਸ ਬਾਣੀ ਨੂੰ ਨਾਲ ਲੈ ਕੇ ਸਤਿਗੁਰਾਂ ਦਾ ਜੀਵਨ ਆਪਾਂ ਰਾਤ ਦੇ ਦੀਵਾਨ ਵਿੱਚ ਵਿਚਾਰਨਾ।